साहिब जीओ। श्री नानक अंगद गुरु अमरदास पद बंद। रामदास अर्जन गुरु वार श्री हर गोबिंद। हरि राय हर कृष्ण गुर तेग बहादुर चंद। दसवें गोबिंद सिंह गुर नमो चरण अरबिंद। जिसमें अमृत ज्ञान है मानक भगत वैराग। गुरु ग्रंथ साहिब उदद बंदों कर अनुराग। श्री गुरु शब्द कमाए जिन जीते पंच बेकार। तिन संतन को बंदना सिर चरणन पर तार। तिन संतन को बंदना सिर चरणन पर तार। सतनाम श्री वाहिगुरु साहिब जीओ। पिखह ठौर लखनौर चकोद चढ़े के कान कुदाए समोद। पिखह ठौर लखनौर चकोद। वाहिगुरु जी का खालसा वाहिगुरु जी की फतेह। आप संगतां संध्या समय सतगुरु दे पावन पवित्र सोहने दरबार दियां हाजरियां भर रहे हो। सो दर रहरा साहिब जी के पाठ तो उपरंत आरती अति आरती के शब्दों का कीर्तन सरवण किया है। हुण लड़ीवार इतिहास की कथा का समा होया है। हक हक आदेश गुरु गोबिंद सिंह बादशाह दरवेश गुरु गोबिंद सिंह। वह प्रगट्यो मर्द अगमड़ा वरियाम अकेला। वाहो वाहो गोबिंद सिंह आपे गुरचेला। लखनौर की धरती नूं भाग ला रहे हैं। नौवीं पातशाह गुरु तेग बहादुर साहिब जी वालों भेजे हुए सिखा ने यह संदेश दिता। गुरु महाराज का हुक्म है तुसी हुण लखनौर विच बहुता समा नहीं रुकना। अपना नगर जद्दी पुश्ती बैखरीद साडा पिंड आनंदपुर साहिब है, उत्थे जाओ। उस धरती नूं भाग लाओ। ये बचन सुन के कलगीधर पातशाह साहिब कमाल ने
ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ, ਹੁਣ ਅਸੀਂ ਇੱਥੇ ਨਹੀਂ ਰਹਿਣਾ, ਅਨੰਦਪੁਰ ਸਾਹਿਬ ਜਾ ਕੇ ਹੀ ਰਵਾਂਗੇ। ਮਾਤਾ ਜੀ ਨੇ ਅਨੰਦਪੁਰ ਸਾਹਿਬ ਵਿਖੇ ਸੰਦੇਸ਼ ਘੱਲਿਆ। ਉੱਥੇ ਮਾਮਾ ਕਿਰਪਾਲ ਚੰਦ ਜੀ, ਜੋ ਮਾਤਾ ਗੁਜਰੀ ਜੀ ਦੇ ਭਰਾਤਾ ਸਨ, ਉਹਨਾਂ ਕੋਲ ਸੰਦੇਸ਼ ਪਹੁੰਚਿਆ। ਮਾਤਾ ਜੀ ਨੇ ਆਖਿਆ ਸੀ, ਹੁਣ ਸਾਹਿਬੇ ਕਮਾਲ ਵਾਸਤੇ ਇੱਕ ਸੋਹਣਾ ਜਿਹਾ ਘੋੜਾ ਲੈ ਕੇ ਆਇਓ, ਸ਼ਸਤਰ ਬਸਤਰ ਵੀ ਨਾਲ ਲਿਆਉਣੇ। ਇਹ ਸਾਡੇ ਲਈ ਇੱਕ ਰਥ ਲੈ ਕੇ ਆਉਣਾ, ਹੋਰ ਵੀ ਸੇਵਾਦਾਰ ਸੰਗਤਾਂ ਨਾਲ ਆਉਣ। ਇਸ ਢੰਗ ਦੇ ਨਾਲ ਅਨੰਦਪੁਰ ਸਾਹਿਬ ਰਵਾਨਗੀ ਹੋਵੇਗੀ। ਹੁਣ ਕੁਛ ਕੁ ਦਿਨ ਉੱਥੇ ਰਹਿੰਦੇ ਆ ਬਤੀਤ ਹੋਏ ਨੇ। ਹੁਣ ਕਲਗੀਧਰ ਪਾਤਸ਼ਾਹ ਮਾਤਾਵਾਂ ਨੂੰ ਪੁੱਛਦੇ ਨੇ, ਮਾਮਾ ਜੀ ਕਦੋਂ ਆਉਣਗੇ, ਕਦੋਂ ਘੋੜਾ ਆਵੇਗਾ, ਕਦੋਂ ਅਸੀਂ ਘੋੜੇ 'ਤੇ ਸਵਾਰ ਹੋਵਾਂਗੇ। ਅਕਸਰ ਬੱਚਿਆਂ ਨੂੰ ਚਾਅ ਹੁੰਦਾ ਵੀ ਸਾਡੇ ਲਈ ਕੋਈ ਗਿਫਟ ਲੈ ਕੇ ਆਉਣਗੇ। ਉਹ ਪ੍ਰਸੰਗ ਚੱਲ ਰਿਹਾ ਹੈ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਿਖਹਿ ਠੌਰ ਲਖਨੌਰ ਚਕੋਦ। ਲੋਕ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਅਸੀਂ ਲਖਨੌਰ ਪਿੰਡ ਦੇ ਆਲੇ ਦੁਆਲੇ ਚਾਰੇ ਪਾਸੇ ਘੋੜੇ 'ਤੇ ਸਵਾਰ ਹੋ ਕੇ ਘੁੰਮਾਂਗੇ, ਸੈਰ ਕਰਾਂਗੇ, ਸ਼ਿਕਾਰ ਖੇਡਾਂਗੇ, ਦੇਖਾਂਗੇ ਆਲੇ ਦੁਆਲੇ ਕੀ ਹੈ। ਚੜ੍ਹੇ ਕੇ ਕਾਨ ਕੁਦਾਏ ਸਮੋਦ। ਤੇ ਘੋੜੇ 'ਤੇ ਸਵਾਰ ਹੋ ਕੇ ਬੜੇ ਆਨੰਦ ਨਾਲ ਘੋੜੇ ਨੂੰ ਕੁਦਾਵਾਂਗੇ। ਮੂਝਹਿ ਮਾਤਨ ਕੋ ਬਹੁ ਬਾਰੀ। ਬਹੁਤ ਵਾਰੀ ਗੁਰੂ ਮਹਾਰਾਜ ਮਾਤਾ ਗੁਜਰੀ ਜੀ ਨੂੰ, ਵੱਡੇ ਮਾਤਾ ਜੀ ਨੂੰ ਪੁੱਛਦੇ ਹਨ, ਕਬ ਆਵਹਿ ਮਾਤੁਲ ਹਿਤਕਾਰੀ। ਮਾਮਾ ਜੀ ਜੋ ਬੜਾ ਹੀ ਸਾਡੇ ਨਾਲ ਪਿਆਰ ਕਰਦੇ ਨੇ, ਮਾਮਾ ਕਿਰਪਾਲ ਚੰਦ ਜੀ ਕਦੋਂ ਆਉਣਗੇ। ਸੁਨ ਦਿਨ ਗਿਨਹਿ ਜਨਨ ਪਰਚਾਵੈ। ਤੇ ਉਹ ਸੁਣ ਕੇ ਮਾਤਾ ਜੀ ਕਹਿੰਦੇ ਨੇ, ਬਸ 2-4 ਦਿਨਾਂ ਵਿੱਚ ਆਉਣ ਵਾਲੇ ਨੇ। ਤੇ ਫਿਰ ਦਿਨ ਗਿਣਨ ਲੱਗ ਜਾਂਦੇ ਹਨ ਤੇ ਮਨ ਨੂੰ ਪਰਚਾਉਂਦੇ ਹਨ। ਬਾਜ ਸਾਜ ਸਾਜਤ ਬਿਲਮਾਵੈ। ਤੇ ਮਾਤਾ ਜੀ ਕਹਿੰਦੇ ਨੇ ਵੀ ਤੁਹਾਡੇ ਲਈ ਉਹ ਘੋੜੇ ਦਾ ਤੇ ਹੋਰ ਸ਼ਸਤਰਾਂ ਬਸਤਰਾਂ ਦਾ ਪ੍ਰਬੰਧ ਕਰ ਰਹੇ ਨੇ, ਇਸ ਲਈ ਕੁਛ ਦੇਰ ਹੋ ਰਹੀ ਹੈ। ਹਿਤ ਤੁਮਰੇ ਸੁੰਦਰ ਕਰਵਾਏ। ਕਿਉਂਕਿ ਤੁਹਾਡੇ ਲਈ ਸੋਹਣੇ ਸ਼ਸਤਰ ਬਸਤਰ ਤਿਆਰ ਕਰਵਾ ਰਹੇ ਹਨ। ਵਾਸਤਰ ਸ਼ਾਸਤਰ ਅੰਨ ਹੈ ਸਮੁਦਾਏ। ਤੁਹਾਡੇ ਲਈ ਬਸਤਰ ਵੀ, ਸ਼ਸਤਰ ਵੀ ਤੇ ਘੋੜੇ ਵੀ, ਬਾਜ ਵੀ ਸਭ ਕੁਛ ਲੈ ਕੇ ਆਉਣਗੇ। ਅਬ ਨਹਿ ਬਿਲਮ ਆਜ ਕਹਿ ਕਾਲੀ। ਬਸ ਹੁਣ ਬਹੁਤੀ ਦੇਰ ਨਹੀਂ ਲੱਗੇਗੀ, ਅੱਜ ਜਾਂ ਕੱਲ੍ਹ ਤੱਕ ਆਉਣ ਵਾਲੇ ਹੀ ਹਨ। ਪਹੁੰਚੋ ਲਖੋ ਸੋ ਆਏ ਉਤਾਲੀ। ਬਸ ਹੁਣ ਇਹ ਸਮਝੋ ਵੀ ਬਸ ਬਹੁਤ ਛੇਤੀ ਪਹੁੰਚਣ ਵਾਲੇ ਹੀ ਹਨ। ਇਮ ਪ੍ਰਤੀਖ ਤੇ ਚੱਲ ਕਰ ਆਇਓ। ਇਉਂ ਉਡੀਕ ਹੋ ਰਹੀ ਸੀ ਤੇ ਮਾਮਾ ਕਿਰਪਾਲ ਚੰਦ ਜੀ ਆ ਗਏ। ਵਸਤ ਸਕਲ ਗੁਰ ਕੇ ਹਿਤ ਲਿਆਇਓ। ਤੇ ਗੁਰੂ ਮਹਾਰਾਜ ਦੇ ਲਈ ਸਾਰੀਆਂ ਸੁੰਦਰ ਵਸਤਾਂ, ਘੋੜਾ, ਬਸਤਰ, ਸ਼ਸਤਰ ਆਦਿਕ ਲੈ ਆਏ। ਉਤਰ ਤਰੰਗ ਤੇ ਬੰਧਨ ਠਾਨੀ। ਲਓ ਜਦੋਂ ਮਾਮਾ ਕਿਰਪਾਲ ਚੰਦ ਜੀ ਆਏ ਨੇ, ਘੋੜੇ ਤੋਂ ਹੇਠਾਂ ਉਤਰ ਕੇ ਤੇ ਆ ਕੇ ਚਰਨਾਂ ਤੇ ਨਮਸਕਾਰ ਕੀਤੀ। ਯੁਗ ਮਾਤਨ ਕੋ ਨਮੋ ਬਖਾਨੀ। ਪਹਿਲਾਂ ਗੁਰੂ ਮਹਾਰਾਜ ਮਿਲੇ ਨੇ, ਕਿਉਂਕਿ ਬੱਚੇ ਦੌੜ ਕੇ ਅੱਗੇ ਚਲੇ ਜਾਂਦੇ ਨੇ। ਫਿਰ ਦੋਨੋਂ ਮਾਤਾਵਾਂ ਨੂੰ ਮਾਮਾ ਜੀ ਨੇ ਨਮਸਕਾਰ ਕੀਤੀ। ਮੁਦਤ ਗੁਰੂ ਮਾਤਲ ਕੋ ਮਿਲੇ। ਤੇ ਗੁਰੂ ਮਹਾਰਾਜ ਬਹੁਤ ਪ੍ਰਸੰਨ ਹੋ ਕੇ ਮਾਮਾ ਜੀ ਨੂੰ ਮਿਲੇ। ਬੂਝ ਆਨੰਦਪੁਰ ਕੀ ਸੁਧ ਭਲੇ। ਤੇ ਅਨੰਦਪੁਰ ਸਾਹਿਬ ਜੀ ਦੀਆਂ ਸਾਰੀਆਂ ਖਬਰਾਂ ਪੁੱਛੀਆਂ ਨੇ, ਉੱਥੋਂ ਦਾ
ਮੌਸਮ ਕਿਹੋ ਜਿਹਾ, ਉੱਥੋਂ ਦੇ ਹਾਲਾਤ ਕਿਹੋ ਜਿਹੇ ਹਨ। ਪਿਤ ਕੋ ਹੁਕਮ ਭਇਓ ਤਹਿ ਜਾਣੇ। ਕਿਉਂ ਪਿਤਾ ਗੁਰਦੇਵ ਜੀ ਦਾ ਹੁਕਮ ਹੋਇਆ ਤੁਸੀਂ ਅਨੰਦਪੁਰ ਸਾਹਿਬ ਜਾ ਕੇ ਰਹਿਣਾ ਹੈ। ਕਿਤਕ ਦਿਵਸ ਮਹੋ ਕਰਹਿ ਭਿਆਨੇ। ਕਿੰਨੇ ਕੁ ਦਿਨਾਂ ਤੱਕ ਹੁਣ ਅਸੀਂ ਉੱਥੇ ਚਲੇ ਜਾਣਾ ਹੈ। ਇਸੀ ਹੇਤ ਬਲਵਾਇਸ ਤੋਹੀ। ਇਸੇ ਵਾਸਤੇ ਮਾਮਾ ਜੀ ਤੁਹਾਨੂੰ ਇੱਥੇ ਬੁਲਾਇਆ ਗਿਆ ਹੈ। ਫਿਕਰ ਦੇਸ਼ ਅਬਲਾਖਾ ਮੋਹੀ। ਕਿਉਂਕਿ ਹੁਣ ਅਨੰਦਪੁਰ ਸਾਹਿਬ ਕਿੰਨਾ ਸੋਹਣਾ ਸਾਡਾ ਵਤਨ ਹੈ, ਦੇਸ਼ ਹੈ, ਉਹ ਦੇਖਣ ਦੀ ਇੱਛਾ ਪੈਦਾ ਹੋ ਗਈ ਹੈ। ਕਹਿਓ ਕਿਰਪਾਲ ਕਿਰਪਾਲ ਹੈ ਸੰਗ। ਤੇ ਮਾਮਾ ਕਿਰਪਾਲ ਚੰਦ ਜੀ ਨੇ ਕਿਰਪਾਲੂ ਸਤਿਗੁਰੂ ਨੂੰ ਆਖਿਆ, ਵਰਤੇ ਬੜੇ ਗੁਰੂ ਕਿਸ ਰੰਗ। ਵੀ ਮਾਮਾ ਕਿਰਪਾਲ ਚੰਦ ਜੀ ਸਤਿਗੁਰੂ ਨੂੰ ਕਹਿਣ ਲੱਗੇ ਨੇ ਵੀ ਜਿਹੜੇ ਵੱਡੇ ਸਤਿਗੁਰੂ ਨੇ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ, ਉਹ ਕਿਹੜੇ ਰੰਗਾਂ ਦੇ ਵਿੱਚ ਵਰਤ ਰਹੇ ਹਨ। ਹਮ ਸਭ ਹਿਨ ਕੋ ਤਜ ਕਰ ਗਏ। ਦੇਖੋ ਇਹ ਕੈਸੀ ਉਹਨਾਂ ਨੇ ਖੇਡ ਵਰਤਾਈ ਹੈ ਤੇ ਸਾਨੂੰ ਸਾਰਿਆਂ ਨੂੰ ਛੱਡ ਕੇ ਇਕੱਲੇ ਚਲੇ ਗਏ। ਕੈਦ ਤੁਰਕ ਕੀ ਪ੍ਰਾਪਤ ਭਏ। ਤੇ ਜਾ ਕੇ ਉਸ ਜ਼ਾਲਮ ਔਰੰਗਜ਼ੇਬ ਦੀ ਕੈਦ ਵਿੱਚ ਜਾ ਕੇ ਪੈ ਗਏ। ਮਹਾ ਦੁਸ਼ਟ ਇਹ ਨੌਰੰਗ ਪਾਪੀ। ਇਹ ਜਿਹੜਾ ਔਰੰਗਜ਼ੇਬ ਬਾਦਸ਼ਾਹ ਜਿਸਨੂੰ ਸਿੰਘ ਨੁਰੰਗਾ ਹੀ ਕਹਿੰਦੇ ਸਨ, ਬੜਾ ਪਾਪੀ, ਬੜਾ ਜ਼ਾਲਮ ਹੈ। ਪ੍ਰਭ ਸੰਤਨ ਕੋ ਕੁਟਲ ਪ੍ਰਤਾਪੀ। ਜਿਹੜੇ ਵਾਹਿਗੁਰੂ ਦੇ ਪਿਆਰੇ ਸੰਤ ਮਹਾਂਪੁਰਖ ਨੇ, ਉਹਨਾਂ ਨੂੰ ਟੇਢੀਆਂ ਚਾਲਾਂ ਚੱਲ ਕੇ ਬੜਾ ਸਤਾਉਣ ਵਾਲਾ, ਪਾਉਣ ਵਾਲਾ ਹੈ। ਹਮ ਕਿਸਹੂ ਕੋ ਭੇਦ ਨਾ ਦੀਨਾ। ਦੇਖੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਚੁੱਪਚਾਪ ਹੀ ਫੈਸਲਾ ਕਰ ਲਿਆ ਤੇ ਸਾਨੂੰ ਕਿਸੇ ਨੂੰ ਵੀ ਇਸ ਗੱਲ ਦਾ ਭੇਤ ਨਹੀਂ ਦਿੱਤਾ ਵੀ ਅਸੀਂ ਕੀ ਭਾਣਾ ਵਰਤਾਉਣ ਜਾ ਰਹੇ ਹਾਂ। ਔਚਕ ਪੰਥ ਆਗਰੇ ਲੀਨਾ। ਤੇ ਅਚਾਨਕ ਇੱਥੋਂ ਚੱਲ ਕੇ ਤੇ ਆਗਰੇ ਵੱਲ ਚਲੇ ਗਏ। ਜੇ ਤੁਰਕੇਸ਼ਰ ਕਰਤ ਕੁਠਾਈ। ਤੇ ਜੇ ਹੁਣ ਔਰੰਗਜ਼ੇਬ ਗੁਰੂ ਘਰ ਦੇ ਨਾਲ ਚਲੋ ਈਰਖਾ ਦੁਸ਼ਮਣੀ ਰੱਖਦਾ ਸੀ। ਜੰਗਲ ਦੇਸ਼ ਸਿੱਖ ਸਮੁਦਾਈ। ਫਿਰ ਮਾਲਵਾ ਦੇਸ਼ ਉਸਨੂੰ ਉਸ ਵੇਲੇ ਜੰਗਲ ਦੇਸ਼ ਹੀ ਕਹਿੰਦੇ ਸਨ। ਇੱਥੇ ਪਾਣੀ ਦੀ ਬੜੀ ਘਾਟ ਹੋਇਆ ਕਰਦੀ ਸੀ ਤੇ ਇਹ ਮਾਮਾ ਜੀ ਕਹਿੰਦੇ ਜੰਗਲ ਦੇਸ਼ ਮਾਲਵੇ ਦੇ ਵਿੱਚ ਬਹੁਤ ਸਾਰੇ ਸਾਡੇ ਸਿੱਖ ਰਹਿੰਦੇ ਸਨ। ਜਹਾਂ ਨਾ ਬਸ ਦੁਸ਼ਟਨ ਕੋ ਕੋਈ। ਤੇ ਜਿੱਥੇ ਇਹਨਾਂ ਦੁਸ਼ਟਾਂ ਦਾ ਕੋਈ ਵਾਹ ਵੀ ਜ਼ੋਰ ਵੀ ਨਹੀਂ ਚੱਲ ਸਕਦਾ ਸੀ। ਸੁਖ ਸੋ ਬਾਸ ਤਿਨਹੂ ਮਹਿ ਹੋਈ। ਤੇ ਉਧਰ ਮਾਲਵੇ ਵਿੱਚ ਜਾ ਕੇ ਰਹਿ ਸਕਦੇ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਾਲਵੇ ਦੇ ਇਲਾਕੇ ਵਿੱਚ ਚਰਨ ਵੀ ਪਾਏ ਕਈ ਨਗਰਾਂ ਦੇ ਵਿੱਚ, ਤੇ ਉੱਥੇ ਜਾ ਕੇ ਰਹਿ ਪੈਂਦੇ। ਪਰਿਵਾਰ ਵੀ ਉੱਥੇ ਰਹਿ ਸਕਦਾ ਸੀ, ਆਨੰਦ ਭੋਗਦੇ। ਕਹਾਂ ਜਾਨ ਕਰ ਗੁਰੂ ਪ੍ਰਵੀਨ। ਪਤਾ ਨਹੀਂ ਗੁਰੂ ਮਹਾਰਾਜ ਦੇ ਮਨ ਦੇ ਵਿੱਚ ਕੀ ਖਿਆਲ ਆਇਆ ਤੇ ਕਿਸੇ ਨੂੰ ਦੱਸਿਆ ਵੀ ਨਹੀਂ, ਸਲਾਹ ਵੀ ਨਹੀਂ ਕੀਤੀ, ਤੇ ਆਪਣੇ ਆਪ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇੱਥੋਂ ਆਗਰੇ ਚਲੇ ਗਏ। ਬੰਧਨ ਵਿਖੈ ਜਾਏ ਤਨ ਦੀਨ। ਤੇ ਆਪਣੇ ਸਰੀਰ ਨੂੰ ਹੁਣ ਕੋਤਵਾਲੀ ਵਿੱਚ ਲੋਹੇ ਦੇ ਪਿੰਜਰੇ ਵਿੱਚ ਬੰਦ ਕਰਵਾ ਲਿਆ ਹੈ। ਸੁਨ ਸਚਿੰਤ ਬਚ ਸਾਹਿਬ ਬੋਲੇ। ਮਾਮਾ ਜੀ ਤੋਂ ਇਹ ਸਾਰੀ ਵਾਰਤਾ ਸੁਣ ਕੇ ਤੇ ਬਾਲਾ ਪ੍ਰੀਤਮ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ, ਪਰਨ ਕਰਾਵਨ ਪ੍ਰਭੂ ਅਡੋਲੇ। ਕਹਿਣ ਲੱਗੇ ਮਾਮਾ ਜੀ ਸਾਡੇ ਪਿਤਾ ਸਤਿਗੁਰੂ ਪਰਮੇਸ਼ਰ ਰੂਪ ਨੇ ਤੇ ਸਭ ਕੁਝ ਕਰਨ ਕਰਾਉਣ ਵਾਲੇ ਨੇ ਤੇ ਉਹਨਾਂ ਦਾ ਨਿਸ਼ਚਾ ਬਹੁਤ ਅਟਲ ਹੈ। ਤਿਨ ਹਿਤ ਕਰਨ ਮਨੋਰਥ ਘਨੇ। ਉਹਨਾਂ ਦੇ ਵਾਸਤੇ ਬਹੁਤੇ ਸੰਕਲਪ ਕਰਨੇ, ਬਹੁਤੇ ਯਤਨ ਕਰਨੇ, ਬਹੁਤੇ ਖਿਆਲ ਪੈਦਾ ਕਰਨੇ ਯੋਗ ਨਹੀਂ ਹਨ। ਹਮ ਤੁਮ ਕੋ ਇਹ ਨਾਹੇ ਨਾ ਬਨੇ। ਆਪਾਂ ਉਹਨਾਂ ਦੀ ਕਿਰਤ ਵਿੱਚ, ਉਹਨਾਂ ਦੇ ਕੌਤਕਾਂ ਦੇ ਉੱਤੇ ਕੁਝ ਸੰਦੇਹ ਕਰੀਏ, ਸਾਨੂੰ ਇਹ ਬਣਦਾ ਨਹੀਂ ਹੈ, ਢੁਕਦਾ ਨਹੀਂ ਹੈ। ਹੋਣਹਾਰ ਕੋ ਕਰਹਿ ਬਨਾਏ। ਤੇ ਜੋ ਅੱਗੇ ਹੋਣਹਾਰ ਭਾਣਾ ਵਰਤਣਾ ਹੈ ਤੇ ਉਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਣਾ ਸਵਾਰ ਕੇ ਕਰਦੇ ਹਨ। ਭਾਵ ਜੋ ਅੱਗੇ ਕੌਤਕ ਕਰਨਾ ਹੁੰਦਾ ਹੈ, ਜੋ ਭਾਣਾ ਵਰਤਾਉਣਾ ਹੁੰਦਾ ਹੈ, ਉਹੋ ਜਿਹੇ ਸਬੱਬ ਬਣਾ ਲੈਂਦੇ ਹਨ। ਕਰਹਿ ਜੋ ਹੋਣਹਾਰ ਹੋਏ ਜਾਏ। ਤੇ ਜੋ ਕੁਛ ਉਹ ਕਰਦੇ ਨੇ ਉਹੀ ਹੋਣਹਾਰ ਬਣ ਜਾਂਦੀ ਹੈ। ਭਾਵ ਸਤਿਗੁਰੂ ਆਪਣੇ ਭਾਣੇ ਦੇ ਮਾਲਕ ਨੇ ਔਰ ਉਹ ਸੁਤੰਤਰ ਨੇ, ਜੋ ਉਹਨਾਂ ਦੀ ਇੱਛਾ ਹੈ ਉਹੀ ਹੁੰਦਾ ਹੈ। ਸਕਲ ਕਲਾ ਸਮਰੱਥ ਸੁਖ ਦਾਤੇ। ਸਾਡੇ ਪਿਤਾ ਸਤਿਗੁਰੂ ਸਰਬ ਕਲਾ ਸਮਰੱਥ ਸਾਰੇ ਸੁੱਖਾਂ ਦੇ ਦਾਤਾਰ ਹਨ। ਭੂਤ ਭਵਿੱਖਤ ਕੇ ਸਭ ਗਿਆਤੇ। ਜਿਹੜੇ ਪਿੱਛੇ ਸਮਾਂ ਗੁਜ਼ਰ ਚੁੱਕਿਆ ਹੈ, ਭੂਤਕਾਲ ਤੇ ਭਵਿੱਖਤ ਆਉਣ ਵਾਲਾ ਸਮਾਂ ਹੈ,
ਉਹਦੀ ਸਾਰੀ ਉਹਨਾਂ ਨੂੰ ਸਮਝ ਹੈ, ਪਤਾ ਹੈ ਪਿੱਛੇ ਕੀ ਹੋਇਆ ਤੇ ਅੱਗੇ ਕੀ ਹੋਣਾ ਹੈ। ਤਿਨ ਕੋ ਕਹੋ ਮਾਨਬੋ ਭਲੇ। ਬਈ ਉਹ ਸਤਿਗੁਰੂ ਮਹਾਰਾਜ ਦਾ ਬਚਨ ਮੰਨਣਾ ਸਾਡੇ ਲਈ ਭਲੀ ਗੱਲ ਹੋਵੇਗੀ। ਸੋ ਪ੍ਰਸੰਨ ਅਨੁਸਾਰੀ ਚਲੇ। ਤੇ ਜਿਹੜੇ ਚੰਗੀ ਤਰ੍ਹਾਂ ਪ੍ਰਸੰਨ ਹੋ ਕੇ ਉਹਨਾਂ ਦੇ ਅਨੁਸਾਰੀ ਹੋ ਕੇ ਚੱਲਦੇ ਹਨ। ਮਰਜੀ ਦੇਖਨ ਕੇ ਹਮ ਗਰਜੀ। ਤੇ ਅਸੀਂ ਤੇ ਗੁਰੂ ਮਹਾਰਾਜ ਦੀ ਜੋ ਇੱਛਾ ਹੈ, ਜੋ ਮੌਜ ਹੈ, ਜੋ ਰਜ਼ਾ ਹੈ, ਉਹਦੇ ਦੇਖਣ ਦੇ ਚਾਹਵਾਨ ਹਾਂ। ਨਿਜ ਕਾਰਜ ਕੀ ਕੀਜਹਿ ਅਰਜੀ। ਤੇ ਜੇ ਕੋਈ ਆਪਣਾ ਕਾਰਜ ਹੋਵੇ ਉਹਦੇ ਲਈ ਆਪਾਂ ਬੇਨਤੀ ਕਰ ਸਕਦੇ ਹਾਂ, ਪਰ ਗੁਰੂ ਦੇ ਭਾਣੇ ਵਿੱਚ, ਗੁਰੂ ਦੀ ਰਜ਼ਾ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦੇ। ਸਰਬ ਗਿਆਨ ਕੇ ਕਰਤਬ ਮਾਹੀ। ਕਿਉਂਕਿ ਜਿਹੜੇ ਸਰਬੱਗ ਪੁਰਸ਼ ਹੁੰਦੇ ਨੇ, ਜਿਨ੍ਹਾਂ ਨੂੰ ਹਰ ਚੀਜ਼ ਦਾ ਗਿਆਨ ਹੁੰਦਾ ਹੈ, ਉਹਨਾਂ ਦੇ ਜਿਹੜੇ ਕਰਤੱਵ ਕੌਤਕ ਹੁੰਦੇ ਹਨ। ਮਤਵੰਤ ਤਰਕਤ ਕਬ ਨਾਹੀ। ਜਿਹੜੇ ਸਿਆਣੇ ਬੰਦੇ ਨੇ ਕਦੇ ਉਹਨਾਂ ਤੇ ਤਰਕ ਨਹੀਂ ਕਰਦੇ, ਕਦੇ ਸ਼ੰਕਾ ਨਹੀਂ ਕਰਦੇ, ਕਦੇ ਕੋਈ ਸੰਦੇਹ ਨਹੀਂ ਉਠਾਉਂਦੇ। ਹਿਮ ਸਮਝੋ ਚਿਤ ਚਿੰਤ ਵਿਸਾਰਹੁ। ਮਾਮਾ ਜੀ ਇਹ ਸਮਝੋ ਤੇ ਇਹ ਜਾਣ ਕੇ ਆਪਣੇ ਮਨ ਦੇ ਵਿੱਚੋਂ ਸਭ ਚਿੰਤਾ ਦੂਰ ਕਰ ਦਿਓ। ਕਰਹੁ ਹੁਕਮ ਕੋ ਨਿਸ਼ਚੈ ਧਾਰੋ। ਤੇ ਜੋ ਹੁਕਮ ਸਤਿਗੁਰੂ ਕਰਦੇ ਨੇ ਤੇ ਉਹਦੇ ਉੱਤੇ ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ। ਭਾਵ ਗੁਰੂ ਮਹਾਰਾਜ ਨੇ ਆਖਿਆ ਤੁਸੀਂ ਅਨੰਦਪੁਰ ਸਾਹਿਬ ਚਲੇ ਜਾਓ, ਅਨੰਦਪੁਰ ਸਾਹਿਬ ਨੂੰ ਆਬਾਦ ਕਰੋ, ਉੱਥੇ ਜਾ ਕੇ ਹੋਰ ਕਈ ਤਰ੍ਹਾਂ ਦੇ ਕੌਤਕ ਵੀ ਕਰਨੇ ਹਨ। ਜੁਗ ਮਾਤਨ ਕੇ ਸਹਿਤ ਕਿਰਪਾਲ। ਦੋਨੋਂ ਮਾਤਾਵਾਂ, ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ, ਤੇ ਨਾਲ ਹੀ ਮਾਮਾ ਕਿਰਪਾਲ ਚੰਦ ਜੀ। ਅਸ ਉਪਦੇਸ਼ੈ ਗੁਰੂ ਕਿਰਪਾਲ। ਕਿਰਪਾਲੂ ਸਤਿਗੁਰੂ ਭਾਵੇਂ 8-9 ਸਾਲ ਦੇ ਕਰੀਬ ਉਮਰ ਹੈ ਤੇ ਵੱਡੇ ਮਾਤਾਵਾਂ ਨੂੰ ਵੀ ਤੇ ਮਾਮਾ ਜੀ ਨੂੰ ਇਸ ਤਰ੍ਹਾਂ ਦਾ ਸੁੰਦਰ ਉਪਦੇਸ਼ ਦੇ ਰਹੇ ਹਨ। ਚਿਤ ਵਿਚਾਰ ਕਰ ਜਾਨੀ ਸਾਚੀ। ਮਾਮਾ ਜੀ ਨੇ, ਮਾਤਾਵਾਂ ਨੇ ਇਹ ਗੱਲ ਜਾਣ ਕੇ ਵੀ ਜੋ ਸਾਹਿਬਜ਼ਾਦਾ ਗੋਬਿੰਦ ਰਾਏ ਕਲਗੀਧਰ ਪਾਤਸ਼ਾਹ ਜੀ ਬਚਨ ਕਹਿ ਰਹੇ ਨੇ ਬਿਲਕੁਲ ਯਥਾਰਥ ਹਨ। ਸੁਮਤ ਸਹਿਤ ਸ਼ੁਭ ਗਿਰਾ ਉਬਾਚੀ। ਤੇ ਬਹੁਤ ਸ੍ਰੇਸ਼ਟ ਬੁੱਧੀ ਸਹਿਤ ਤੇ ਜਿਹੜੀ ਬਾਣੀ ਕਹਿ ਰਹੇ ਨੇ, ਭਾਣਾ ਮੰਨਣ ਦੀ ਸਿੱਖਿਆ ਦੇ ਰਹੇ ਨੇ, ਬਹੁਤ ਵਧੀਆ ਗੱਲ ਕਰ ਰਹੇ ਹਨ। ਖਾਨ ਪਾਨ ਕਰ ਸੁਖ ਸੋ ਸੋਏ। ਤੇ ਫਿਰ ਰਾਤਰੀ ਦਾ ਸਮਾਂ ਹੋਇਆ ਤੇ ਲੰਗਰ ਪਾਣੀ ਛਕਿਆ ਤੇ ਆਰਾਮ ਕਰਨ ਲੱਗੇ। ਨਿਸਾ ਬਿਤੀ ਤਬ ਜਾਗਨ ਹੋਏ। ਤੇ ਜਦੋਂ ਰਾਤ ਬਤੀਤ ਹੋ ਗਈ ਤੇ ਫਿਰ ਅੰਮ੍ਰਿਤ ਵੇਲੇ ਜਾਗ ਪਏ। ਸੋਚ ਇਸ਼ਨਾਨ ਠਾਨ ਕਰ ਆਛੇ। ਲੋ ਗੁਰੂ ਮਹਾਰਾਜ ਅੰਮ੍ਰਿਤ ਵੇਲੇ ਉੱਠੇ ਨੇ, ਸ਼ੌਚਾਦ ਕਿਰਿਆ, ਇਸ਼ਨਾਨ ਪਾਨ ਕੀਤਾ। ਹੈ ਅਰੂਢ ਵੇ ਸਤਿਗੁਰ ਬਾਛੇ। ਹੁਣ ਮਾਮਾ ਜੀ ਘੋੜਾ ਲੈ ਕੇ ਆਏ ਨੇ, ਸ਼ਸਤਰ ਬਸਤਰ ਲੈ ਕੇ ਆਏ ਨੇ। ਹੁਣ ਪਹਿਲੇ ਦਿਨ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਘੋੜੇ ਤੇ ਸਵਾਰ ਹੋਣਾ ਚਾਹੁੰਦੇ ਹਨ। ਦੋਹਰਾ ਜੀਨ ਜਰੀ ਜਰ ਕੀਨ ਤਬ ਬਰਬਾਜੀ ਪਰ ਡਾਰ। ਲੋਕ ਕਵੀ ਜੀ ਕਹਿੰਦੇ ਨੇ ਵੀ ਗੁਰੂ ਮਹਾਰਾਜ ਦੇ ਲਈ ਬਹੁਤ ਸੋਹਣਾ ਘੋੜਾ ਲੈ ਕੇ ਆਏ ਨੇ ਮਾਮਾ ਜੀ, ਤੇ ਉਹਦੇ ਉੱਤੇ ਸੋਨੇ ਦੀ ਜਰੀਦਾਰ ਕਾਠੀ ਪਾ ਕੇ ਤੇ ਐਨ ਉਸ ਨੂੰ ਤਿਆਰ ਕੀਤਾ। ਸੁੰਦਰ ਸਾਜੋ ਸਾਜ ਸੋਂ ਚਪਲਤ ਬਲੀ ਉਦਾਰ। ਤੇ ਜਿੰਨੇ ਵੀ ਘੋੜੇ ਦੇ ਹਾਰ ਸ਼ਿੰਗਾਰ ਨੇ ਉਹਦੇ ਨਾਲ ਘੋੜੇ ਨੂੰ ਚੰਗੀ ਤਰ੍ਹਾਂ ਸਜਾਇਆ ਗਿਆ ਹੈ। ਘੋੜਾ ਬਹੁਤ ਚੰਚਲ ਹੈ ਤੇ ਬਹੁਤ ਬਲਵਾਨ, ਬਹੁਤ ਤਕੜਾ ਹੈ। ਚੌਪਾਈ ਗੁਰਨ ਮਨਾਏ ਗੁਰੂ ਕੇ ਨੰਦਨ। ਲੋ ਆ ਹੈ ਮਰਜ਼ਾਦਾ। ਹੁਣ ਜਦੋਂ ਪਹਿਲੇ ਦਿਨ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਘੋੜੇ ਤੇ ਚੜ੍ਹਨ ਲੱਗੇ ਨੇ, ਸਭ ਤੋਂ ਪਹਿਲਾਂ ਅਰਦਾਸ ਕੀਤੀ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ 9 ਪਾਤਸ਼ਾਹ ਤੱਕ ਤੇ ਸਾਰੇ ਸਤਿਗੁਰੂ ਸਾਹਿਬਾਨ ਨੂੰ ਮਨਾਇਆ, ਭਾਵ ਉਹਨਾਂ ਦਾ ਨਾਮ ਲੈ ਕੇ ਅਰਦਾਸ ਕੀਤੀ। ਮਨ ਸਿਮਰੇ ਗਨ ਬਿਗਨ ਨਿਕੰਦਨ। ਤੇ ਆਪਣੇ ਮਨ ਵਿੱਚ ਸਾਰੇ ਸਤਿਗੁਰੂ ਸਾਹਿਬਾਨ ਨੂੰ ਧਿਆਇਆ, ਯਾਦ ਕੀਤਾ ਮਹਾਰਾਜ ਸਾਰੇ ਬਿਘਨਾਂ ਨੂੰ ਨਾਸ਼ ਕਰਨਾ। ਚੜੇ ਤੁਰੰਗ ਸੰਗ ਚਪਲਾਈ। ਤੇ ਨਾਲ ਹੀ ਗੁਰੂ ਮਹਾਰਾਜ ਅਰਦਾਸਾ ਸੋਧ ਕੇ ਤੇ ਫਿਰ ਘੋੜੇ ਤੇ ਚੜ੍ਹ ਪਏ ਨੇ। ਤੇ ਘੋੜਾ ਬਹੁਤ ਚੰਚਲ ਹੈ। ਪ੍ਰੇਰਨ ਕੀਨੋ ਬਾਗ ਉਠਾਈ। ਘੋੜੇ ਦੀਆਂ ਬਾਗਾਂ ਉੱਪਰ ਨੂੰ
ਚੁੱਕ ਕੇ ਤੇ ਗੁਰੂ ਮਹਾਰਾਜ ਨੇ ਘੋੜੇ ਨੂੰ ਅੱਗੇ ਤੋਰਿਆ। ਏਕ ਬਾਜਲੇ ਆਏ ਕਿਰਪਾਲ। ਲੋ ਮਾਮਾ ਕਿਰਪਾਲ ਚੰਦ ਜੀ ਸਤਿਗੁਰੂ ਵਾਸਤੇ ਇੱਕ ਬਾਜ ਵੀ ਲੈ ਕੇ ਆਏ। ਕਹਿ ਕਰ ਤਾਹੀਂ ਮਿਲਾਓ ਨਾਲ। ਤੇ ਨਾਲੇ ਘੋੜੇ ਤੇ ਪਹਿਲੇ ਦਿਨ ਸਵਾਰੀ ਕੀਤੀ ਹੈ ਤੇ ਘੋੜੇ ਦੇ ਨਾਲ ਹੀ ਇੱਕ ਚਿੱਟਾ ਬਾਜ ਉਹ ਵੀ ਆਪਣੇ ਨਾਲ ਹੀ ਹੱਥਾਂ ਤੇ ਮਿਲਾ ਲਿਆ। ਮੀਰ ਸ਼ਿਕਾਰ ਭਇਓ ਤਬ ਤੇ ਆਗੇ। ਇੱਕ ਮੀਰ ਸ਼ਿਕਾਰੀ ਵੀ ਲੈ ਕੇ ਆਏ ਨੇ ਜਿਨ੍ਹਾਂ ਨੂੰ ਸ਼ਿਕਾਰ ਖੇਡਣ ਦਾ ਢੰਗ ਤਰੀਕਾ ਹੁੰਦਾ ਹੈ। ਤੇ ਹੁਣ ਉਹ ਮੀਰ ਸ਼ਿਕਾਰੀ ਅੱਗੇ ਤੋਰ ਲਿਆ। ਚਲੇ ਬਹਿਰ ਕੋ ਆਨੰਦ ਪਾਗੇ। ਲੋ ਗੁਰੂ ਮਹਾਰਾਜ ਪਹਿਲੇ ਦਿਨ ਘੋੜੇ ਤੇ ਸਵਾਰ ਹੋ ਕੇ ਹੱਥ ਉੱਤੇ ਬਾਜ ਸਜਾ ਕੇ ਤੇ ਹੁਣ ਮਾਮਾ ਕਿਰਪਾਲ ਚੰਦ ਜੀ ਨੂੰ ਨਾਲ ਲੈ ਕੇ ਮੀਰ ਸ਼ਿਕਾਰੀ ਅੱਗੇ ਕੀਤਾ ਹੋਇਆ ਤੇ ਉਹ ਬਾਹਰ ਨੂੰ ਚੱਲ ਪਏ। ਸਭ ਕੇ ਹਿਰਦੇ ਪ੍ਰਫੁੱਲਤ ਹੋਏ। ਲੋ ਜਦੋਂ ਪਹਿਲੇ ਦਿਨ ਕਲਗੀਧਰ ਪਾਤਸ਼ਾਹ ਨੇ ਸ਼ਿਕਾਰ ਖੇਡਣ ਵਾਸਤੇ ਤਿਆਰੀਆਂ ਕੀਤੀਆਂ ਨੇ, ਮਾਮਾ ਜੀ ਮਾਤਾਵਾਂ ਦੇ ਤੇ ਸਾਰੇ ਸਿੱਖਾਂ ਦੇ ਮਨ ਬਹੁਤ ਪ੍ਰਫੁੱਲਤ ਹੋ ਗਏ, ਖਿੜ ਗਏ ਫੁੱਲ ਵਾਂਗ। ਗੁਰੂ ਪਤਾਮਾ ਕੀ ਸਮਝੋਏ। ਤੇ ਸਾਰੇ ਇਸ ਗੱਲ ਦਾ ਕਿਆਸ ਕਰਦੇ ਨੇ ਵੀ ਇਹ ਆਪਣੇ ਦਾਦਾ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਾਂਗੂ ਸੂਰਬੀਰ ਹੋਣਗੇ। ਚੜ੍ਹਤ ਅਨੂਠੀ ਸਜਹੁਤ ਰੰਗ। ਤੇ ਗੁਰੂ ਮਹਾਰਾਜ ਦਾ ਘੋੜਾ ਬਹੁਤ ਸਜਿਆ ਹੋਇਆ ਸੀ, ਸ਼ਿੰਗਾਰਿਆ ਹੋਇਆ ਸੀ ਤੇ ਗੁਰੂ ਮਹਾਰਾਜ ਦਾ ਘੋੜੇ ਤੇ ਚੜ੍ਹਨ ਦਾ ਤਰੀਕਾ ਉਹ ਬੜਾ ਅਜੀਬ ਸੀ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬੜੀ ਚੁਸਤੀ ਫੁਰਤੀ ਨਾਲ ਤੇ ਉਸ ਘੋੜੇ ਤੇ ਸਵਾਰ ਹੋਏ। ਮਨਹੁ ਵੀਰ ਰਸ ਭਾਸਰ ਬੰਗ। ਤੇ ਮਾਨੋ ਸਾਰੇ ਸਰੀਰ ਵਿੱਚ ਵੀਰ ਰਸ ਭਰਿਆ ਹੋਇਆ ਹੈ, ਇਉਂ ਗੁਰੂ ਮਹਾਰਾਜ ਦੇ ਜੋਸ਼ ਦੇ ਵਿੱਚ ਡੋਲੇ ਫਰਕ ਰਹੇ ਹਨ। ਬਦਨ ਪ੍ਰਫੁੱਲਤ ਕਮਲ ਮਨੋਹੈ। ਤੇ ਸਤਿਗੁਰੂ ਦਾ ਚਿਹਰਾ ਕਮਲ ਦੇ ਫੁੱਲ ਵਾਂਗੂ ਖਿੜਿਆ ਹੋਇਆ ਹੈ। ਚਪਲ ਬਲੋਚਨ ਤੇਜ ਕਨੋ ਹੈ। ਤੇ ਬੜਾ ਘੋੜਾ ਚੰਚਲ ਹੈ ਤੇ ਨੇਤਰ ਬੜੇ ਤੇਜ ਨੇ ਤੇ ਬਹੁਤ ਤੇਜ਼ ਦੌੜ ਰਿਹਾ ਹੈ। ਪੂਰਬ ਉੱਤਰ ਕੀ ਦਿਸ਼ ਚਾਲੇ। ਲੋ ਪਹਿਲਾਂ ਸਤਿਗੁਰੂ ਮਹਾਰਾਜ ਉੱਤਰ ਤੋਂ ਭਾਵ ਹੈ ਪਹਾੜ ਵਾਲੇ ਪਾਸੇ ਨੂੰ ਗਏ ਹਨ। ਕਰਤ ਅਖੇਰ ਮ੍ਰਿਗਨ ਕੋ ਭਾਲੇ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹਰਨਾਂ ਦੀ ਭਾਲ ਕਰਦੇ ਨੇ, ਹਰਨਾਂ ਦਾ ਸ਼ਿਕਾਰ ਢੂੰਡਦੇ ਫਿਰਦੇ ਹਨ। ਮਾਤਲ ਸੋ ਬਾਤਨ ਸ਼ੁਭ ਕਰਤੇ। ਤੇ ਨਾਲ ਹੀ ਮਾਮਾ ਕਿਰਪਾਲ ਚੰਦ ਜੀ ਦੇ ਨਾਲ ਬਚਨ ਬਿਲਾਸ ਵੀ ਕਰਦੇ ਜਾ ਰਹੇ ਹਨ। ਵਿਚਰਤ ਬਹਿਰ ਉਜਾਰ ਨਿਹਰਤੇ। ਤੇ ਬਾਹਰ ਜੰਗਲ ਵਿੱਚ ਬੀਆਬਾਨ ਦੇ ਵਿੱਚ ਜਾ ਕੇ ਗੁਰੂ ਮਹਾਰਾਜ ਉੱਥੋਂ ਦਾ ਮਾਹੌਲ ਵੇਖ ਰਹੇ ਹਨ। ਮੰਦ ਮੰਦ ਕਰ ਤੁੰਦ ਭੁਲਾਵੈ। ਲੋਕ ਕਦੇ ਘੋੜੇ ਨੂੰ ਹੌਲੀ ਹੌਲੀ ਤੋਰਦੇ ਨੇ ਤੇ ਕਦੀ ਉਸ ਨੂੰ ਤੇਜ਼ ਭਜਾਉਂਦੇ ਹਨ। ਦਾਸ ਤਰੰਗਮ ਸੰਗ ਸਿਧਾਵੈ। ਲੋਕ ਸੇਵਾਦਾਰ ਗੁਰੂ ਮਹਾਰਾਜ ਦੇ ਘੋੜੇ ਦੇ ਨਾਲ ਨਾਲ ਪੈਦਲ ਵੀ ਦੌੜ ਰਿਹਾ ਹੈ। ਕਿਉਂ? ਗੁਰੂ ਮਹਾਰਾਜ ਨੇ ਹਾਲੇ ਪਹਿਲੇ ਦਿਨ ਘੋੜ ਸਵਾਰੀ ਕੀਤੀ ਹੈ ਤੇ ਇਸ ਲਈ ਹਿਫਾਜ਼ਤ ਲਈ ਤੇ ਸੇਵਾ ਲਈ ਉਹ ਸੇਵਾਦਾਰ ਘੋੜੇ ਦੇ ਨਾਲ ਨਾਲ ਦੌੜਦਾ ਹੈ। ਇਤ ਉਤ ਬਹਿਰਤ ਭਏ ਆਨੰਦ। ਤੇ ਇਧਰ ਉਧਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਘੋੜੇ ਤੇ ਚੜ੍ਹ ਕੇ ਵਿਚਰ ਰਹੇ ਨੇ ਤੇ ਬਹੁਤ ਆਨੰਦ ਮਾਣ ਰਹੇ ਹਨ। ਏਕ ਜਾਮ ਲੋ ਗੁਰੂ ਮੁਕੰਦ। ਲੋ ਇੱਕ ਪਹਿਰ ਤੱਕ ਤਕਰੀਬਨ 3.5 ਘੰਟੇ ਦੇ ਕਰੀਬ ਗੁਰੂ ਮਹਾਰਾਜ ਪਹਿਲੇ ਦਿਨ ਘੋੜੇ ਤੇ ਚੜ੍ਹ ਕੇ ਬਾਹਰ ਜੰਗਲ ਵਿੱਚ ਵਿਚਰੇ ਹਨ। ਕੁਛ ਅਖੀਰ ਕਰ ਘਰ ਕੋ ਆਏ। ਤੇ ਥੋੜਾ ਜਿਹਾ ਸ਼ਿਕਾਰ ਖੇਡਿਆ ਪਹਿਲੇ ਦਿਨ ਤੇ ਫਿਰ ਗੁਰੂ ਮਹਾਰਾਜ ਵਾਪਸ ਮੁੜ ਕੇ ਘਰ ਆ ਗਏ। ਯੁਗ ਮਾਤਨ ਮਗ ਦਿਸ਼ ਦ੍ਰਿਗ ਲਾਏ। ਤੇ ਦੋਨੋਂ ਮਾਤਾਵਾਂ ਦੇ ਨੇਤਰ ਤੇ ਗੁਰੂ ਮਹਾਰਾਜ ਦੇ ਰਾਹ ਵੱਲ ਲੱਗੇ ਹੋਏ ਸਨ ਵੀ ਕਦੋਂ ਕਲਗੀਧਰ ਪਾਤਸ਼ਾਹ ਸਾਹਿਬ ਕਮਾਲ ਵਾਪਸ ਮੁੜ ਕੇ ਆਉਂਦੇ ਹਨ। ਉਦਤ ਮੁਦਤ ਦਿਖ ਪੋਤਰ ਬਦਨ ਕੋ। ਲੋ ਆਪਣੇ ਪੋਤਰੇ ਕਲਗੀਧਰ ਪਾਤਸ਼ਾਹ ਸਾਹਿਬ ਕਮਾਲ ਦੇ ਸੋਹਣੇ ਮੁਖ ਨੂੰ ਦੇਖ ਕੇ ਮਾਤਾ ਨਾਨਕੀ ਜੀ ਵੱਡੇ ਮਾਤਾ ਜੀ ਉਹ ਬਹੁਤ ਪ੍ਰਸੰਨ ਹੋ ਰਹੇ ਹਨ। ਖਰੀ ਪੌਰ ਪਰ ਤਿਆਗ ਸਦਨ ਕੋ। ਤੇ ਉਹ ਦਰਵਾਜ਼ੇ ਤੇ ਖੜੇ ਹੋਏ ਨੇ, ਉਡੀਕ ਕਰ ਰਹੇ ਨੇ, ਘਰ ਛੱਡ ਕੇ ਦਰਵਾਜ਼ੇ ਤੇ ਆ ਕੇ ਖਲੋ ਗਏ। ਉਤਰੇ ਨਮੋ ਕਰਤ ਘਰ ਬਰੇ। ਲੋ ਜਦੋਂ ਸਤਿਗੁਰੂ ਘਰ ਦੇ ਨੇੜੇ ਆਏ, ਘੋੜੇ ਤੋਂ ਹੇਠਾਂ ਉਤਰੇ ਨੇ, ਮਾਤਾ ਜੀ ਨੂੰ ਨਮਸਕਾਰ ਕੀਤੀ, ਫਿਰ ਆਪਣੇ ਘਰ ਵਿੱਚ ਪ੍ਰਵੇਸ਼ ਹੋਏ। ਸੰਗ ਕਿਰਪਾਲ ਆਪਣੇ ਕਰੇ। ਤੇ ਨਾਲ ਹੀ ਆਪਣੇ ਮਾਮਾ ਜੀ ਨੂੰ
ਆਪਣੇ ਨਾਲ ਲਿਆ ਹੋਇਆ ਤੇ ਉਹ ਗੁਰੂ ਮਹਾਰਾਜ ਪਹਿਲੇ ਦਿਨ ਸ਼ਿਕਾਰ ਖੇਡ ਕੇ ਵਾਪਸ ਘਰ ਆਏ ਹਨ। ਇਸ ਬਿਦ ਕੇਤਕ ਦਿਵਸ ਬਿਤਾਏ। ਇਸ ਢੰਗ ਦੇ ਨਾਲ ਕਵੀ ਜੀ ਕਹਿੰਦੇ ਨੇ ਕਿੰਨੇ ਕੁ ਦਿਨ ਗੁਰੂ ਮਹਾਰਾਜ ਨੇ ਲਖਨੌਰ ਦੇ ਵਿੱਚ ਬਤੀਤ ਕੀਤੇ। ਖੇਲਤ ਮੇਲ ਬਾਲ ਸਮੁਦਾਏ। ਲੋ ਬਹੁਤ ਸਾਰੇ ਹੋਰ ਬੱਚੇ ਵੀ ਆਉਂਦੇ ਨੇ, ਉਹਨਾਂ ਦੇ ਨਾਲ ਮਿਲ ਕੇ ਗੁਰੂ ਮਹਾਰਾਜ ਕਈ ਤਰ੍ਹਾਂ ਦੀਆਂ ਖੇਡਾਂ ਖੇਡਦੇ ਨੇ। ਕਿਉਂਕਿ ਹੁਣ ਪਹਿਲੇ ਸਮੇਂ ਦੇ ਵਿੱਚ ਵੀ ਜਿਹੜੇ ਬੱਚਿਆਂ ਨੂੰ ਖੇਡਾਂ ਵਿੱਚ ਲਾਉਣਾ, ਇਹਦਾ ਮਤਲਬ ਇਹ ਹੁੰਦਾ ਸੀ, ਇੱਕ ਤਾਂ ਸਰੀਰ ਵਿੱਚ ਬਲ ਭਰਦਾ ਸੀ, ਦੂਸਰਾ ਦੁਸ਼ਮਣ ਦੇ ਨਾਲ ਮੁਕਾਬਲਾ ਕਰਨ ਦੀ ਸ਼ਕਤੀ ਅਤੇ ਤਜਰਬਾ ਹਾਸਲ ਹੁੰਦਾ ਸੀ, ਅਤੇ ਇਹਦੇ ਨਾਲ ਨਾਲ ਇੱਕ ਦਿਲ ਪਰਚਾਵਾ ਵੀ ਹੁੰਦਾ ਸੀ। ਇਸੇ ਲਈ ਕਲਗੀਧਰ ਪਾਤਸ਼ਾਹ ਨੇ ਛੋਟੀ ਉਮਰੇ ਹੀ ਇਸ ਢੰਗ ਦੇ ਨਾਲ 2 ਟੀਮਾਂ ਬਣਾ ਕੇ ਅਤੇ ਫਿਰ ਇਸ ਤਰ੍ਹਾਂ ਕਈ ਤਰ੍ਹਾਂ ਦੀਆਂ ਖੇਡਾਂ ਖੇਡਣੀਆਂ। ਇਸ ਤਰ੍ਹਾਂ ਦੇ ਚੋਜ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਰ ਰਹੇ ਹਨ। ਆਪ ਸੰਗਤਾਂ ਨੇ ਗੁਰੂ ਕਾ ਇਤਿਹਾਸ ਸੁਣਿਆ, ਇਹ ਵੀ ਆਪ ਸੰਗਤਾਂ ਨੂੰ ਭਲੀ ਭਾਂਤ ਵਿਦਿਤ ਹੈ। ਖਾਲਸੇ ਦਾ ਸਾਜਨਾ ਦਿਵਸ, ਵਿਸਾਖੀ ਦਾ ਦਿਹਾੜਾ ਬਹੁਤ ਕਰੀਬ ਨੇੜੇ ਆ ਚੁੱਕਿਆ ਹੈ। ਉਸ ਖਾਲਸਾ ਦੇ ਸਾਜਨਾ ਦਿਵਸ ਨੂੰ ਸਮਰਪਿਤ ਇਸ ਪੂਰੇ ਹਫ਼ਤੇ ਪ੍ਰੋਗਰਾਮ ਚੱਲ ਰਹੇ ਨੇ। 2 ਦਿਨ ਕੀਰਤਨ ਦਰਬਾਰ ਹੋਏ, ਕੱਲ੍ਹ ਕਥਾ ਦਰਬਾਰ ਹੋਇਆ ਅਤੇ ਅੱਜ ਢਾਡੀ ਦਰਬਾਰ ਹੋਣ ਜਾ ਰਹੇ ਨੇ। ਸੋ ਸਮਾਂ ਕਰੀਬ ਸੰਪੂਰਨ ਹੋਣ ਲੱਗਿਆ। ਦਾਸ ਤੇ ਇਹੀ ਬੇਨਤੀ ਕਰੇਗਾ, ਠੀਕ ਹੈ, ਪ੍ਰਬੰਧਕਾਂ ਵੱਲੋਂ ਬੜੇ ਯਤਨ ਕੀਤੇ ਜਾਂਦੇ ਨੇ, ਵਧੀਆ ਤੋਂ ਵਧੀਆ ਪ੍ਰੋਗਰਾਮ ਸੰਗਤਾਂ ਨੂੰ ਦਿੱਤੇ ਜਾਣ, ਸਿੱਖੀ ਦਾ ਪ੍ਰਚਾਰ ਹੋਵੇ, ਪਰ ਸਾਡਾ ਵੀ ਫਰਜ਼ ਇਹ ਬਣਦਾ ਹੈ, ਹਰ ਸਾਲ ਅਸੀਂ ਵਿਸਾਖੀ ਦਾ ਪੁਰਬ ਮਨਾਉਂਦੇ ਹਾਂ। ਪਰ ਪੁਰਬ ਮਨਾ ਲੈਣਾ ਬੜੀ ਖੁਸ਼ੀ ਦੀ ਗੱਲ ਹੈ, ਭਾਗਾਂ ਵਾਲੀ ਗੱਲ ਹੈ, ਪਰ ਇਸ ਦਿਨ ਤੋਂ ਸਾਨੂੰ ਪ੍ਰੇਰਣਾ ਵੀ ਲੈਣੀ ਚਾਹੀਦੀ ਹੈ। ਜਿਸ ਮਾਈ ਭਾਈ ਨੇ ਹਾਲੇ ਤੱਕ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਉਹ ਭਾਈ ਅੰਮ੍ਰਿਤ ਜ਼ਰੂਰ ਛਕੋ। ਪ੍ਰਬੰਧਕਾਂ ਵੱਲੋਂ ਬੇਨਤੀ ਕੀਤੀ ਜਾ ਰਹੀ ਸੀ, 14 ਅਪ੍ਰੈਲ ਵਿਸਾਖੀ ਵਾਲੇ ਦਿਨ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋ ਰਿਹਾ। ਜਿਸ ਮਾਈ ਭਾਈ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਉਹ ਅੰਮ੍ਰਿਤ ਜ਼ਰੂਰ ਛਕੋ, ਕਿਉਂਕਿ ਖਾਲਸੇ ਦਾ ਜਨਮ ਦਿਹਾੜਾ ਆ ਰਿਹਾ। ਉਸ ਦਿਨ ਆਪਾਂ ਇੱਕ ਦੂਸਰੇ ਨੂੰ ਵਧਾਈਆਂ ਵੀ ਦਿੰਦੇ ਹਾਂ, ਦੇਣੀਆਂ ਵੀ ਚਾਹੀਦੀਆਂ, ਪਰ ਸਾਨੂੰ ਵਧਾਈ ਦੇ ਹੱਕਦਾਰ ਵੀ ਬਣਨਾ ਚਾਹੀਦਾ। ਵਧਾਈ ਦੇ ਹੱਕਦਾਰ ਕਿਵੇਂ ਬਣਿਆ ਜਾਂਦਾ ਹੈ? ਜਦੋਂ ਅਸੀਂ ਕਲਗੀਧਰ ਪਾਤਸ਼ਾਹ ਦੇ ਪੁੱਤਰ ਬਣ ਜਾਵਾਂਗੇ, ਫਿਰ ਅਸੀਂ ਵਧਾਈ ਦੇ ਹੱਕਦਾਰ ਬਣਦੇ ਹਾਂ। ਪੁੱਤਰ ਬਣਨ ਦਾ ਤਰੀਕਾ ਇਹੀ ਹੈ, ਹਰ ਗੁਰਸਿੱਖ ਮਾਈ ਭਾਈ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋਣਾ ਚਾਹੀਦਾ। ਅਤੇ ਕਲਗੀਧਰ ਪਾਤਸ਼ਾਹ ਨੇ ਆਖਿਆ ਸੀ, ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੇ ਉਹ ਸਾਡਾ ਸਪੁੱਤਰ ਅਤੇ ਸਪੁੱਤਰੀ ਬਣ ਜਾਂਦਾ। ਅਤੇ ਆਪਾਂ ਇਸ ਦਾ ਤੋਂ ਵਾਂਝੇ ਨਾ ਰਹੀਏ। ਅਤੇ ਇਹੀ ਜੋੜ ਮੇਲੇ ਅਤੇ ਹੋਰ ਸਮਾਗਮ ਕਰਨ ਦਾ ਸਭ ਤੋਂ ਵੱਡਾ ਲਾਭ ਹੈ। ਸਤਿਗੁਰੂ ਮਿਹਰ ਕਰਨ ਹੁਣ ਢਾਡੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ। ਆਪ ਸੰਗਤਾਂ ਦੀ ਸੇਵਾ ਦੇ ਵਿੱਚ ਜੋ ਬੇਨਤੀ ਕੀਤੀ ਹੈ ਉਸ ਵੱਲ ਗੌਰ ਕਰਨਾ। ਜੇ ਕਿਸੇ ਨੇ ਸੁਧਾਈ ਕਰਾਉਣੀ ਹੋਵੇ ਉਹ ਵੀ ਕਰਵਾ ਸਕਦਾ ਹੈ, ਕਿਉਂਕਿ ਸਿੱਖ ਧਰਮ ਦੇ ਵਿੱਚ ਇਹ ਵੀ ਗੁਰੂ ਮਹਾਰਾਜ ਨੇ ਸਾਡੇ ਲਈ ਇੱਕ ਬਹੁਤ ਵੱਡੀ ਸਹੂਲੀਅਤ ਪ੍ਰਦਾਨ ਕੀਤੀ ਹੈ। ਅੰਮ੍ਰਿਤ ਛਕ ਕੇ ਕਈ ਵਾਰੀ ਭੁੱਲ ਵੀ ਹੋ ਜਾਂਦੀ ਹੈ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਉਹ ਵੀ 5 ਪਿਆਰਿਆਂ ਤੋਂ ਸੁਧਾਈ ਕਰਵਾ ਸਕਦਾ ਹੈ। ਅਤੇ ਜੇ ਕਿਸੇ ਨਵੇਂ ਪ੍ਰਾਣੀ ਨੇ ਅੰਮ੍ਰਿਤ ਛਕਣਾ ਹੋਵੇ ਉਹ ਵੀ ਭਾਈ ਜ਼ਰੂਰ ਛਕੋ, ਤਾਂ ਹੀ ਸਾਡੇ ਇਹ ਵਿਸਾਖੀ ਵਾਲੇ ਜੋੜ ਮੇਲੇ ਮਨਾਏ ਸਫਲ ਅਤੇ ਪ੍ਰਵਾਨ ਹੋ ਸਕਦੇ ਨੇ। ਸਾਰੀ ਸੰਗਤ ਦਾ, ਪ੍ਰਬੰਧ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਇਸ ਵਿਦ ਕੇਤਕ ਦਿਵਸ ਬਿਤਾਏ, ਖੇਲਤ ਮੇਲ ਬਾਲ ਸਮੁਦਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।